Hello students, I hope you all are doing well. It is the time for our new lecture, that is deforestation. First of all, we have to know about the importance of forest. According to the Prince Charles, forests are the world's air conditioning system, the lungs of the planet, and we are on the verge of switching off. Means ਜਿਹੜੇ ਫੋਰੈਸਟ ਨੇ ਉਹ ਆਪਣੇ ਅਰਥ ਆਪਣੇ ਪਲੈਨਟ ਦੇ ਲਈ ਇੱਕ ਏਅਰ ਕੰਡੀਸ਼ਨਿੰਗ ਦਾ ਕੰਮ ਕਰਦੇ ਨੇ। ਆਪਣੇ ਲੰਗਸ ਨੇ ਇਹ ਜਿਹਦੇ ਨਾਲ ਆਪਾਂ ਸਾਹ ਲੈ ਸਕਦੇ ਹਾਂ ਔਰ ਇਹਨੂੰ ਹੀ ਆਪਾਂ ਖ਼ਤਮ ਕਰਨ ਦੀ ਤਾਦਾਦ 'ਤੇ ਨਿਕਲੇ ਹੋਏ ਹਾਂ। ਸੋ ਐਵਰੀ ਈਅਰ ਟੂ ਸੇਵ ਦ ਫੋਰੈਸਟ ਵਰਲਡ ਫੋਰੈਸਟ ਡੇ ਇਜ਼ ਸੈਲੀਬ੍ਰੇਟਿਡ ਔਨ 21st March. Now come to the deforestation. It is the removal, decrease or deterioration of the forest cover of an area. ਜਦੋਂ ਕਿਸੇ ਪਰਟੀਕੂਲਰ ਏਰੀਆ ਦੇ ਉੱਪਰੋਂ ਫੋਰੈਸਟ ਕਵਰ ਨੂੰ ਆਪਾਂ ਸਾਫ਼ ਕਰ ਦਿੰਦੇ ਹਾਂ, ਜੰਗਲਾਂ ਨੂੰ ਸਾਫ਼ ਕਰ ਦਿੰਦੇ ਹਾਂ, ਪੇੜ ਕੱਟ ਦਿੰਦੇ ਹਾਂ ਜਾਂ ਪੇੜਾਂ ਦਾ ਨੰਬਰ ਘੱਟ ਜਾਂਦਾ ਹੈ ਜਾਂ ਪੇੜਾਂ ਦੀ ਕੁਆਲਿਟੀ ਨੂੰ ਆਪਾਂ ਘਟਾ ਦਿੰਦੇ ਹਾਂ, ਉਸ ਟਾਈਮ 'ਤੇ ਆਪਾਂ ਕਹਿ ਰਹੇ ਹਾਂ ਕਿ ਕੀ ਹੋ ਰਿਹਾ, ਡੀਫੋਰੈਸਟੇਸ਼ਨ। ਜੋ ਵਰਲਡ ਦਾ ਪ੍ਰੈਜੈਂਟ ਫੋਰੈਸਟ ਕਵਰ ਹੈ ਉਹ 31% ਹੈ ਔਰ ਇੰਡੀਆ ਦਾ 24.5% ਹੈ। ਹੁਣ ਇੱਥੇ ਇੱਕ ਥੋੜ੍ਹੀ ਜਿਹੀ ਗੁੱਡ ਨਿਊਜ਼ ਵੀ ਹੈ। 2007 ਤੱਕ ਆਪਣਾ ਜੋ ਫੋਰੈਸਟ ਕਵਰ ਸੀਗਾ ਇੰਡੀਆ ਦਾ, ਡੈਟ ਇਜ਼ ਓਨਲੀ 21%, ਬਟ ਨਾਓ ਦ ਰੀਸੈਂਟ ਡੇਟਾ ਪ੍ਰੋਵਾਈਡ ਅਸ ਦ ਨਿਊ ਵੈਲਿਊ ਡੈਟ ਇਜ਼ 24.5। ਇਟ ਮੀਨਸ ਲਗਭਗ 3-3.5% ਜੋ ਫੋਰੈਸਟ ਕਵਰ ਹੈ ਉਹ ਆਪਣੇ ਇੰਡੀਆ ਦਾ ਇੰਕਰੀਜ਼ ਹੋਇਆ ਲਾਈਕ 10 to 12 years ਦੇ ਵਿੱਚ। ਦ ਮੇਜਰ ਕਾਜ਼ਜ਼ ਫॉर ਦ ਸੇਮ ਆਰ, ਕੀ ਕਾਰਨ ਨੇ ਜਿਨ੍ਹਾਂ ਕਰਕੇ ਜੋ ਆਪਣਾ ਫੋਰੈਸਟ ਕਵਰ ਹੈ ਉਹ ਘਟਦਾ ਜਾ ਰਿਹਾ। ਨੰਬਰ 1 ਇਜ਼ ਜ਼ੂਮਿੰਗ। ਇਹਨੂੰ ਆਪਾਂ ਸਲੈਸ਼ ਐਂਡ ਬਰਨ ਐਗਰੀਕਲਚਰ ਵੀ ਕਹਿੰਦੇ ਹਾਂ, ਸ਼ਿਫਟਿੰਗ ਕਲਚਰ ਵੀ ਕਹਿੰਦੇ ਹਾਂ ਔਰ ਇਹ ਪੂਰੇ ਇੰਡੀਆ ਦੇ ਵਿੱਚ ਇਹਦੀ ਪ੍ਰੈਕਟਿਸ ਕੀਤੀ ਜਾਂਦੀ ਹੈ। ਡਿਫਰੈਂਟ ਨਾਮ ਨੇ ਡਿਫਰੈਂਟ ਪਾਰਟਸ ਆਫ ਇੰਡੀਆ ਦੇ ਵਿੱਚ। ਮਤਲਬ ਜ਼ੂਮਿੰਗ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨਾਮ ਦੇ ਨਾਲ, ਲੋਕਲ ਨੇਮਸ ਦੇ ਨਾਲ ਬੁਲਾਇਆ ਜਾਂਦਾ ਹੈ। ਅਦਰਵਾਈਜ਼ ਇਹਨੂੰ ਜ਼ੂਮਿੰਗ, ਸਲੈਸ਼ ਐਂਡ ਬਰਨ ਐਗਰੀਕਲਚਰ ਅਤੇ ਸ਼ਿਫਟਿੰਗ ਕਲਚਰ ਵੀ ਆਪਾਂ ਕਹਿ ਦਿੰਦੇ ਹਾਂ। ਇੰਡੀਆ ਦੇ ਵਿੱਚ ਲਗਭਗ 5 ਲੱਖ ਹੈਕਟੇਅਰ ਜਿਹੜੀ ਜ਼ਮੀਨ ਹੈ ਉਹਨੂੰ ਸਾਫ਼ ਕੀਤਾ ਜਾਂਦਾ ਹੈ ਥਰੂ ਲੋਪਿੰਗ। ਲੋਪਿੰਗ ਦਾ ਮਤਲਬ ਹੈ ਕਿ ਆਪਾਂ ਨੇ ਪੇੜ ਕੱਟਣੇ ਨਹੀਂ ਹੈਗੇ, ਪੇੜਾਂ ਦੀਆਂ ਸਿਰਫ ਬ੍ਰਾਂਚਿਸ ਛੰਟ ਦੇਣੀਆਂ ਨੇ। ਜੋ ਪਿੱਛੇ ਬਚ ਜਾਂਦਾ ਹੈ ਉਹਨੂੰ ਆਪਾਂ ਜਲਾ ਦਿੰਦੇ ਹਾਂ ਔਰ ਉਸ ਐਸ਼ ਨੂੰ ਆਪਾਂ ਉਸੇ ਮਿੱਟੀ ਦੇ ਵਿੱਚ ਮਿਕਸ ਕਰ ਦਿੰਦੇ ਹਾਂ ਸੋ ਡੈਟ ਆਪਣੇ ਕੋਲ ਇੱਕ ਕਲੀਅਰ ਲੈਂਡ ਬਣ ਜਾਵੇ ਔਰ ਉਹਦੇ ਵਿੱਚ ਆਪਾਂ ਆਪਣੀ ਨੈਕਸਟ ਕ੍ਰੌਪ ਦੀ ਜਿਹੜੀ ਸੀਡਸ ਨੇ ਉਹਨੂੰ ਗਰੋ ਕਰ ਸਕੀਏ। ਫਿਰ ਉਸ ਲੈਂਡ ਨੂੰ ਆਪਾਂ 2 ਤੋਂ 3 ਸਾਲ ਵਾਸਤੇ ਵਿਦਾਊਟ ਮੈਨਿਓਰ, ਕੁਝ ਕੋਈ ਖਾਦ ਨਹੀਂ ਪਾਉਂਦੇ, ਕੁਛ ਐਡ ਨਹੀਂ ਕਰਦੇ, ਉਹਨੂੰ ਆਪਾਂ ਛੱਡ ਦਿੱਤਾ ਜਾਂਦਾ, ਜਿਹਦੇ ਕਰਕੇ ਉਸ ਮਿੱਟੀ ਦੇ ਵਿੱਚ ਨਿਊਟਰੀਐਂਟ ਡਿਪਲੀਸ਼ਨ ਹੋ ਜਾਂਦੀ ਹੈ, ਮੋਇਸਚਰ ਦੀ ਕਮੀ ਹੋ ਜਾਂਦੀ ਹੈ ਔਰ ਸੋਇਲ ਇਰੋਜ਼ਨ ਵਰਗੇ ਜਿਹੜੇ ਫਿਨੋਮੀਨਲ ਨੇ ਉਹ ਇੰਕਰੀਜ਼ ਹੋ ਜਾਂਦੇ ਨੇ। ਦੈਨ ਫੋਰੈਸਟ ਫਾਇਰਸ। ਫੋਰੈਸਟ ਫਾਇਰਸ ਮੇ ਬੀ ਨੈਚੁਰਲ, ਆਪਣੇ ਆਪ ਜੰਗਲ ਦੇ ਵਿੱਚ ਅੱਗ ਲੱਗ ਸਕਦੀ ਹੈ। ਕਈ ਵਾਰੀ ਕੋਈ ਟਰੀਜ਼ ਹੁੰਦੇ ਨੇ, ਜ਼ਿਆਦਾ ਡਰਾਈ ਕੰਡੀਸ਼ਨਸ ਹੁੰਦੀਆਂ ਨੇ ਕਿ ਆਪਣੇ ਆਪ ਅੱਗ ਲੱਗ ਗਈ, ਜਾਂ ਫਿਰ ਐਂਥਰੋਪੋਜੈਨਿਕ ਮੀਨਸ ਡਿਊ ਟੂ ਦ ਹਿਊਮਨ ਐਕਟੀਵਿਟੀਜ਼। ਜਿਹੜੀ ਨੈਚੁਰਲ ਆਪਣੇ ਕੋਲ ਹੁਣ ਰੀਸੈਂਟ ਐਗਜ਼ਾਮਪਲ ਹੈ ਨੈਚੁਰਲ ਫੋਰੈਸਟ ਫਾਇਰ ਦੀ, ਉਹ ਹੈਗੀ ਆਸਟ੍ਰੇਲੀਆ ਦੀ, ਜਿਹਦੇ ਵਿੱਚ ਜਨਵਰੀ 2020 ਹਾਲ ਹੀ ਦੇ ਵਿੱਚ ਫੋਰੈਸਟ ਫਾਇਰ ਹੋਇਆ ਸੀ। ਐਕਚੁਅਲੀ ਉਹਦਾ ਜਿਹੜੀਆਂ ਬੁਸ਼ਿਸ ਸੀਗੀਆਂ, ਝਾੜੀਆਂ ਸੀਗੀਆਂ, ਉਹਨਾਂ ਨੂੰ ਅੱਗ ਲੱਗ ਗਈ ਸੀਗੀ ਔਰ ਉਹ ਕਾਫੀ ਜਿਹੜਾ ਕੰਮ ਸੀ ਕੰਟਰੋਲ ਤੋਂ ਬਾਹਰ ਚਲਾ ਗਿਆ ਸੀਗਾ। ਕਲੀਅਰ। ਥਰਡ ਇਜ਼ ਹਾਈਡਰੋ ਇਲੈਕਟ੍ਰੀਸਿਟੀ ਪ੍ਰੋਜੈਕਟਸ। ਜਿਹੜੇ ਆਪਣੇ ਡੈਮਸ ਵਗੈਰਾ ਕੰਸਟਰਕਟ ਕਰਦੇ ਹਾਂ ਉਹਨਾਂ ਨਾਲ ਵੀ ਆਪਾਂ ਨੂੰ ਜੰਗਲਾਂ ਨੂੰ ਸਾਫ਼ ਕਰਨਾ ਪੈਂਦਾ ਹੈ ਤਾਂ ਕਿ ਆਪਾਂ ਵੱਧ ਤੋਂ ਵੱਧ ਏਰੀਆ ਡੈਮ ਦੇ ਵਿੱਚ ਕਵਰ ਕਰ ਲਈਏ, ਜਿਹਦੇ ਨਾਲ ਡੀਫੋਰੈਸਟੇਸ਼ਨ ਵੱਧਦਾ ਜਾ ਰਿਹਾ। ਹਿਊਮਨ ਐਸਟੈਬਲਿਸ਼ਮੈਂਟ, ਨੋ ਡਾਊਟ ਹਿਊਮਨ ਪਾਪੂਲੇਸ਼ਨ ਇਜ਼ ਇੰਕਰੀਜ਼ਿੰਗ, ਜਿਹਦੇ ਕਰਕੇ ਆਪਾਂ ਅਰਬਨਾਈਜੇਸ਼ਨ ਦੇ ਵੱਲ ਜ਼ਿਆਦਾ ਜ਼ੋਰ ਪਾ ਰਹੇ ਹਾਂ, ਜ਼ਿਆਦਾ ਤੋਂ ਜ਼ਿਆਦਾ ਸ਼ਹਿਰ ਵਸਾ ਰਹੇ ਹਾਂ ਔਰ ਇਸ ਦੇ ਲਈ ਆਪਾਂ ਨੂੰ ਲਗਾਤਾਰ ਜੰਗਲ ਖਤਮ ਕਰਨੇ ਪੈ ਰਹੇ ਨੇ। ਦੈਨ ਮਾਊਂਟੇਨ ਐਂਡ ਫੋਰੈਸਟ ਰੋਡ। ਅਗਰ ਆਪਾਂ ਕਿਸੇ ਹਿਲ ਸਟੇਸ਼ਨ 'ਤੇ ਜਾਂਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਉੱਥੇ ਕਿੰਨੀਆਂ ਸੋਹਣੀਆਂ ਰੋਡਸ ਬਣਾਈਆਂ ਹੋਈਆਂ ਨੇ ਔਰ ਉਹ ਰੋਡਸ ਕਿਵੇਂ ਬਣਦੀਆਂ ਨੇ, ਉਹਨਾਂ ਮਾਊਂਟੇਨਸ ਨੂੰ, ਉਹਨਾਂ ਜੰਗਲਾਂ ਦੇ ਵਿੱਚੋਂ ਉਹਨਾਂ ਨੂੰ ਕੱਟ ਕੇ ਉਹ ਰੋਡਸ ਬਣਾਈਆਂ ਜਾ ਰਹੀਆਂ ਨੇ, ਜਿਹਦੇ ਕਰਕੇ ਆਪਣੇ ਕੋਲ ਜੋ ਇੱਕ ਫੋਰੈਸਟ ਕਵਰ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਅਮਾਊਂਟ ਦੇ ਵਿੱਚ ਡਿਕਰੀਜ਼ ਹੋਇਆ। ਹਾਂਜੀ, ਨੈਕਸਟ ਇਜ਼ ਕੁਏਰਿੰਗ ਐਂਡ ਮਾਈਨਿੰਗ।
ਮਾਈਨਿੰਗ ਦੇ ਵਿੱਚ ਅਗਰ ਆਪਾਂ ਕੋਈ ਖਾਨ ਖੋਦਦੇ ਹਾਂ ਜਿਹਦੇ ਵਿੱਚੋਂ ਆਪਾਂ ਨੂੰ ਮਿਨਰਲਸ ਮਿਲ ਜਾਂਦੇ ਨੇ, ਉਹਨੂੰ ਆਪਾਂ ਕਹਿੰਦੇ ਹਾਂ ਮਾਈਨਿੰਗ ਕਰਨਾ, ਜਿਹਦੇ ਵਿੱਚ ਆਪਾਂ ਨੂੰ ਇਕਨੋਮਿਕਲੀ ਬੈਨੀਫਿਟਸ ਹੋਣ, ਮਤਲਬ ਜਿਹੜੀਆਂ ਆਪਣੀਆਂ ਸਰਕਾਰਾਂ ਨੇ ਉਹ ਪੈਸੇ ਕਮਾਉਂਦੀਆਂ ਨੇ, ਤਾਂ ਉਹਨੂੰ ਆਪਾਂ ਮਾਈਨਿੰਗ ਕਹਿੰਦੇ ਹਾਂ। ਕੁਏਰਿੰਗ ਹੁੰਦਾ ਇਟ ਇਜ਼ ਦ ਕਟਿੰਗ ਐਂਡ ਡਿਗਿੰਗ ਆਫ ਸਟੋਨਸ ਨੂੰ ਨੀਚੋਂ ਪੱਥਰ ਨੂੰ ਕੱਢਣਾ। ਪੱਥਰ ਵੀ ਕਿੱਥੋਂ ਨਿਕਲੂਗਾ? ਜ਼ਮੀਨ 'ਚੋਂ ਨਿਕਲੂਗਾ, ਪਰ ਉਸ ਜ਼ਮੀਨ ਦੇ ਵਿੱਚੋਂ ਪੱਥਰ ਕੱਢਣ ਤੋਂ ਪਹਿਲਾਂ ਆਪਾਂ ਉਸ ਲੈਂਡ ਨੂੰ ਕਲੀਅਰ ਕਰਾਂਗੇ। ਜਦੋਂ ਆਪਾਂ ਲੈਂਡ ਨੂੰ ਕਲੀਅਰ ਕਰਾਂਗੇ ਤਾਂ ਓਬਵੀਅਸਲੀ ਇਟ ਲੀਡਸ ਟੂ ਡੀਫੋਰੈਸਟੇਸ਼ਨ। ਓਵਰਗ੍ਰੇਜ਼ਿੰਗ ਐਂਡ ਰਿਕੁਆਇਰਮੈਂਟ ਆਫ ਦ ਵੁੱਡ। ਪਸ਼ੂ ਪਾਲਣ ਕਰ ਰਹੇ ਹਾਂ, ਪਸ਼ੂ ਪਾਲਣ ਦੇ ਨਾਲ ਜਦੋਂ ਉਹ ਜਿਹੜੀਆਂ ਆਪਣੇ ਰੱਖੇ ਹੋਏ ਐਨੀਮਲਸ ਨੇ ਘਰੇ, ਡੋਮੈਸਟਿਕ ਐਨੀਮਲਸ ਨੇ, ਉਹ ਗ੍ਰੇਜ਼ਿੰਗ ਕਰਨ ਜਾਣਗੇ ਕਿਉਂਕਿ ਉਹ ਘਾਹ ਵਗੈਰਾ ਹੀ ਖਾਂਦੇ ਨੇ, ਜਾਂ ਛੋਟੇ ਛੋਟੇ ਜਿਹੜੇ ਪੇੜ ਪੌਦੇ ਨੇ ਉਹਨਾਂ ਨੂੰ ਖਾ ਲੈਂਦੇ ਨੇ, ਜਾਂ ਜੰਗਲ ਦੇ ਵਿੱਚ ਅਗਰ ਲੈ ਕੇ ਜਾਵਾਂਗੇ ਤਾਂ ਉਹ ਪੇੜਾਂ ਦੇ ਉੱਪਰ ਹਮਲਾ ਕਰਨਗੇ, ਉਹਨਾਂ ਦੇ ਪੱਤੇ ਦੇ ਬ੍ਰਾਂਚਿਸ ਖਾ ਲੈਣਗੇ, ਜਿਹਦੇ ਨਾਲ ਫੋਰੈਸਟ ਕਵਰ ਦੇ ਵਿੱਚ ਡਿਕਰੀਜ਼ ਆਉਂਦਾ ਹੈ। ਐਂਡ ਰਿਕੁਆਇਰਮੈਂਟ ਆਫ ਦ ਵੁੱਡ, ਲੱਕੜ ਚਾਹੀਦੀ ਹੈ ਆਪਾਂ ਨੂੰ ਐਜ਼ ਅ ਫਿਊਲ। ਜਦੋਂ ਲੱਕੜ ਚਾਹੀਦੀ ਹੈ ਤਾਂ ਓਬਵੀਅਸਲੀ ਆਪਾਂ ਨੂੰ ਪੇੜਾਂ ਨੂੰ ਕੱਟਣਾ ਪੈਂਦਾ ਹੈ। ਇਫੈਕਟਸ ਆਫ ਡੀਫੋਰੈਸਟੇਸ਼ਨ। ਡੀਫੋਰੈਸਟੇਸ਼ਨ ਹੋ ਰਹੀ ਹੈ, ਆਪਾਂ ਉੱਪਰ ਰੀਜ਼ਨਸ ਪੜ੍ਹੇ ਨੇ, ਕਾਜ਼ਿਸ ਪੜ੍ਹੇ ਨੇ ਵੀ ਕਿਉਂ ਹੋ ਰਹੀ ਹੈ। ਹੁਣ ਇਹਦੇ ਕੀ ਇਫੈਕਟਸ ਨੇ? ਪਹਿਲਾ ਸਭ ਤੋਂ ਬੁਰਾ ਇਫੈਕਟ ਜੋ ਆਪਾਂ ਨੂੰ ਪਿਕਚਰ ਦੇ ਵਿੱਚ ਵੀ ਦਿਖ ਰਿਹਾ, ਡੈਟ ਇਜ਼ ਸੋਇਲ ਇਰੋਜ਼ਨ। ਸੋਇਲ ਇਰੋਜ਼ਨ ਤੁਸੀਂ ਟੌਪਿਕ ਪਿੱਛੇ ਲਾਸਟ ਲੈਕਚਰ ਦੇ ਵਿੱਚ ਕਵਰ ਕੀਤਾ ਪੂਰਾ ਟੌਪਿਕ। ਸੋਇਲ ਇਰੋਜ਼ਨ ਦੇ ਵਿੱਚ ਕਿਆ ਹੁੰਦਾ, ਜਿਹੜੀ ਸੋਇਲ ਆ ਉਹ ਐਕਸਪੋਜ਼ ਹੋ ਜਾਏਗੀ ਔਰ ਉਹ ਪਾਣੀ ਅਤੇ ਹਵਾ ਦੇ ਨਾਲ ਉੱਥੋਂ ਦੀ ਖੁਰਨੀ ਸ਼ੁਰੂ ਹੋ ਜਾਂਦੀ ਹੈ ਔਰ ਉਹਦੇ ਨਾਲ ਬਹਿ ਚੱਲਦੀ ਹੈ, ਪਾਣੀ ਦੇ ਨਾਲ ਬਹਿ ਜਾਂਦੀ ਹੈ ਜਾਂ ਹਵਾ ਦੇ ਨਾਲ ਮਿੱਟੀ ਉੜ ਜਾਂਦੀ ਹੈ, ਜਿਹਦੇ ਕਰਕੇ ਆਪਣੀ ਜਿਹੜੀ ਟੌਪ ਸੋਇਲ ਹੈ ਜੋ ਕਿ ਬਹੁਤ ਜ਼ਿਆਦਾ ਫਰਟਾਈਲ ਹੁੰਦੀ ਹੈ ਉਹਦੇ ਵਿੱਚ ਕਮੀ ਆਉਂਦੀ ਹੈ ਔਰ ਉਹ ਜਿਹੜੀ ਸੋਇਲ ਹੈ ਡੈਟ ਇਜ਼ ਨੋਟ ਸੂਟੇਬਲ ਫॉर द ग्रोथ ऑफ द प्लांट्स। ਚਾਹੇ ਉਹ ਆਪਾਂ ਖੁਦ ਲਗਾ ਰਹੇ ਹਾਂ ਪਲਾਂਟਸ, ਚਾਹੇ ਉਹ ਖੁਦ ਜਾਂ ਨੈਚੁਰਲੀ ਉੱਗਣੇ ਨੇ, ਉਹਨਾਂ ਨੂੰ ਉੱਥੇ ਉੱਗਣ ਵਾਸਤੇ ਇੱਕ ਵਧੀਆ ਐਨਵਾਇਰਨਮੈਂਟ ਨਹੀਂ ਮਿਲਦਾ। ਨੈਕਸਟ ਇਜ਼ ਫਲੈਸ਼ ਫਲੱਡਸ। ਅਗਰ ਆਪਣੇ ਕੋਲ ਸੋਇਲ ਇਰੋਡਿਡ ਹੋ ਜਾਏਗੀ ਤਾਂ ਜਿਹੜਾ ਫਲੱਡਸ ਦਾ ਪਾਣੀ ਹੈ ਉਹਨੂੰ ਪੇੜ ਨਹੀਂ ਰੋਕਣਗੇ, ਕਿਉਂਕਿ ਪੇੜ ਨਹੀਂ ਹੈਗੇ ਤਾਂ ਸੋਇਲ ਇਰੋਜ਼ਨ ਹੋ ਗਈ। ਸੋਇਲ ਇਰੋਜ਼ਨ ਹੋ ਗਈ ਤਾਂ ਉਸ ਜਗ੍ਹਾ ਦੇ ਉੱਪਰ ਹੜ੍ਹ ਆਉਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਲਾਈਕ ਦਿਸ ਇਜ਼ ਦ ਪਿਕਚਰ ਆਫ ਦ ਫਲੈਸ਼ ਫਲੱਡਸ। ਦੇਖੋ ਪੂਰੀ ਦੀ ਪੂਰੀਆਂ ਜਿਹੜੀਆਂ ਵਹੀਕਲਸ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ। ਡਰੌਟ, ਸੋਕਾ ਪੈ ਜਾਣਾ। ਅਗਰ ਪੇੜ ਨਹੀਂ ਹੋਣਗੇ ਤਾਂ ਓਬਵੀਅਸਲੀ ਸੋਕਾ ਪੈ ਜਾਊਗਾ, ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜੇ ਪੇੜ ਨੇ ਦੈਟ ਇਜ਼ ਇੰਪੋਰਟੈਂਟ ਪਾਰਟ ਆਫ ਦ ਵਾਟਰ ਸਾਈਕਲ। ਇਹ ਪਾਣੀ ਦੇ ਇੱਕ ਜੋ ਸਾਈਕਲ ਚੱਲਦਾ ਪਿਆ ਧਰਤੀ ਦੇ ਉੱਪਰ, ਇਵੈਪੋਰੇਸ਼ਨ, ਕੰਡੈਂਸੇਸ਼ਨ, ਪ੍ਰੈਸੀਪੀਟੇਸ਼ਨ, ਤੁਸੀਂ ਲੋਅਰ ਕਲਾਸਿਸ 'ਚ ਪੜ੍ਹਿਆ ਕਦੇ, ਉਹਨੂੰ ਚਲਾਉਂਦਾ ਹੈ ਫੋਰੈਸਟ। ਜਾਂ ਕੋਈ ਵੀ ਪੇੜ ਆਪਾਂ ਸੜਕ 'ਤੇ ਲੱਗੇ ਹੋਏ ਨੇ, ਕਿਤੇ ਵੀ ਲੱਗੇ ਹੋਏ ਨੇ, ਆਪਣੇ ਘਰੇ ਲੱਗੇ ਹੋਏ ਨੇ, ਉਹਨਾਂ ਸਭ ਨੇ ਵਾਟਰ ਸਾਈਕਲ ਚਲਾਉਣਾ ਹੀ ਚਲਾਉਣਾ ਹੈ। ਬਟ ਅਗਰ ਪੇੜ ਹੋਣਗੇ ਹੀ ਨਹੀਂ ਤਾਂ ਉਸ ਜਗ੍ਹਾ 'ਤੇ ਕਿਆ ਪੈ ਜਾਊਗਾ? ਸੋਕਾ ਪੈ ਜਾਊਗਾ, ਕਿਉਂਕਿ ਦਿਸ ਇਜ਼ ਡਿਊ ਦ ਲੈਕ ਆਫ ਦ ਪ੍ਰੈਸੀਪੀਟੇਸ਼ਨ। ਉੱਥੇ ਬਾਰਿਸ਼ ਨਹੀਂ ਹੋਊਗੀ ਜਗ੍ਹਾ ਦੇ ਉੱਪਰ। ਅਗਰ ਹਿਲੀ ਏਰੀਆ ਤਾਂ ਉੱਥੇ ਬਰਫ਼ ਨਹੀਂ ਪਏਗੀ। ਅਗਰ ਇਹ ਬਰਫ਼ ਜਾਂ ਬਾਰਿਸ਼ ਨਹੀਂ ਹੋਏਗੀ ਤਾਂ ਸੋਕਾ ਵੀ ਪੈ ਸਕਦਾ। ਚੇਂਜ ਇਨ ਦਾ ਕਲਾਈਮੇਟ, ਇਹ ਆਪਾਂ ਪਿਛਲੇ ਕੁਝ ਸਾਲਾਂ ਤੋਂ ਓਬਜ਼ਰਵ ਕਰਦੇ ਆ ਰਹੇ ਹਾਂ ਕਿ ਜਿਹੜਾ ਆਪਣਾ ਐਨਵਾਇਰਨਮੈਂਟ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਚੇਂਜਿਸ ਆ ਰਹੇ ਨੇ। ਇੱਕਦਮ ਇੰਨੀ ਗਰਮੀ ਹੋ ਜਾਣੀ, ਇੰਨੀ ਠੰਡ ਪੈਣੀ, ਇੰਨਾ ਮੀਂਹ ਪੈਣ ਲੱਗ ਜਾਣੇ। ਦਿਸ ਇਜ਼ ਆਲ ਡਿਊ ਟੂ ਦ ਚੇਂਜ ਇਨ ਦਾ ਕਲਾਈਮੇਟ। ਔਰ ਇਹ ਸਾਰਾ ਇਹਦਾ ਕਾਰਨ ਕਿਹਨੂੰ ਮੰਨਿਆ ਜਾ ਰਿਹਾ ਹੈ? ਪ੍ਰੈਡਿਕਟੇਬਲ ਕਾਰਨ ਕੀ ਹੈ? ਲੈਕ ਆਫ ਫੋਰੈਸਟ, ਕਿ ਆਪਣੇ ਕੋਲ ਜੰਗਲਾਂ ਦੀ ਕਮੀ ਹੈ। ਇਹ ਸਿਰਫ ਇੰਡੀਆ ਵਿੱਚ ਹੀ ਪ੍ਰੋਬਲਮ ਨਹੀਂ ਗੀ, ਵਰਲਡ ਵਾਈਡ ਹੀ ਜੰਗਲਾਂ ਦੀ ਕਮੀ ਹੈ। ਗਲੋਬਲ ਵਾਰਮਿੰਗ ਦ ਇਨਕਰੀਜ਼ ਇਨ ਦ ਐਵਰੇਜ ਟੈਂਪਰੇਚਰ ਆਫ ਦ ਅਰਥ, ਕਿਉਂਕਿ ਜਿਹੜੇ ਟਰੀਜ਼ ਨੇ ਉਹ ਕਾਰਬਨ ਡਾਈਆਕਸਾਈਡ ਨੂੰ ਐਬਜ਼ੋਰਬ ਕਰਦੇ ਨੇ ਫॉर द ਫੋਟੋਸਿੰਥੇਸਿਸ। ਹੁਣ ਆਪਣੇ ਕੋਲ ਕੀ ਹੈ? ਪੇੜ ਹੈ ਨਹੀਂ ਗੇ, ਬਟ ਕਾਰਬਨ ਡਾਈਆਕਸਾਈਡ ਇੰਕਰੀਜ਼ ਹੋਈ ਜਾ ਰਹੀ ਹੈ। ਜਦੋਂ ਕਾਰਬਨ ਡਾਈਆਕਸਾਈਡ ਇੰਕਰੀਜ਼ ਹੁੰਦੀ ਹੈ ਇਟ ਲੀਡਸ ਟੂ ਦ ਇੰਕਰੀਜ਼ ਇਨ ਦ ਟੈਂਪਰੇਚਰ ਆਫ ਦ ਅਰਥ। ਨਾਓ ਦਿਸ ਇਜ਼ ਦ ਪਿਕਚਰ ਯੂ ਕੈਨ ਸੇ। ਤੁਹਾਡੇ ਬਿਲਕੁਲ ਰਾਈਟ ਹੈਂਡ ਸਾਈਡ 'ਤੇ ਜੋ ਬਲੂ ਕਲਰ ਦੀ ਪਿਕਚਰ ਹੈ ਉਹ ਆਪਣੀ ਇੱਕ ਫਲਰਿਸ਼ਿੰਗ ਅਰਥ ਦੀ ਪਿਕਚਰ ਹੈ, ਔਰ ਜੋ ਲੈਫਟ ਹੈਂਡ ਸਾਈਡ 'ਤੇ ਔਰੇਂਜ ਕਲਰ ਦੀ ਪਿਕਚਰ ਹੈ ਅਰਥ ਦੀ, ਉਹਦੇ ਵਿੱਚ ਆਪਣੀ ਅਰਥ ਬਰਨ ਕਰ ਰਹੀ ਹੈ ਡਿਊ ਟੂ ਗਲੋਬਲ ਵਾਰਮਿੰਗ। ਇਹਨੂੰ ਰੋਕਿਆ ਕਿਵੇਂ ਜਾ ਸਕਦਾ ਹੈ? ਕਹਿੰਦਾ ਆਪਣੇ ਕੋਲ ਬਹੁਤ ਸਾਰੇ ਤਰੀਕੇ ਨੇ ਇੱਦਾਂ ਦੇ ਜਿਹਦੇ ਰਾਹੀਂ ਆਪਾਂ ਇਸ ਪ੍ਰੋਬਲਮ ਦਾ ਇੱਕ ਹੱਲ ਕੱਢ ਸਕਦੇ ਹਾਂ। ਬਟ ਦੋ ਮੇਜਰ ਅਪਰੋਚਿਸ ਨੂੰ ਲੈ ਕੇ ਆਪਾਂ ਚੱਲਾਂਗੇ।
ਜਿਹੜੀਆਂ ਕਿ ਨੇ afforestation and reforestation. As per the national policy 1988, hills should have a forest cover of 67%, while in plains it should be 33%. ਜੋ ਆਪਾਂ ਨੂੰ ਨੈਸ਼ਨਲ ਪੋਲਿਸੀ ਫੋਰੈਸਟ ਨੇ ਇੱਕ ਹਿਦਾਇਤਾਂ ਦਿੱਤੀਆਂ ਨੇ, ਉਹਦੇ ਹਿਸਾਬ ਨਾਲ ਅਗਰ ਕੋਈ ਪਹਾੜੀ ਇਲਾਕਾ ਹੈ ਤਾਂ ਉਹਦੇ ਵਿੱਚ ਟੋਟਲ ਲੈਂਡ ਦੇ ਵਿੱਚੋਂ 67% ਜੰਗਲ ਹੋਣਾ ਚਾਹੀਦਾ ਹੈ। ਜਿਹੜੇ ਪਲੇਨ ਏਰੀਆਜ਼ ਨੇ ਲਾਈਕ ਆਪਣਾ ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਯੂਪੀ ਹੋ ਗਿਆ, ਇਹਦੇ ਵਿੱਚ 33% ਜੰਗਲ ਹੋਣਾ ਚਾਹੀਦਾ। ਬਟ ਆਪਣੇ ਪੰਜਾਬ ਦੇ ਵਿੱਚ ਸਿਰਫ 17% ਜੰਗਲ ਹੈ ਇਸ ਟਾਈਮ। 33% ਹੋਣਾ ਚਾਹੀਦਾ, ਹੈਗਾ ਕਿੰਨਾ ਹੈ 17%, ਅਪਰੋਕਸੀਮੇਟਲੀ ਹਾਫ। ਪਹਿਲਾ ਹੈਗਾ afforestation. It is a growing forest over an area where none existed earlier. ਜਿੱਥੇ ਕਦੇ ਵੀ ਕੋਈ ਜੰਗਲ, ਕੋਈ ਪੇੜ ਪੌਦੇ ਨਹੀਂ ਲੱਗੇ ਹੋਏ ਸੀਗੇ, ਉੱਥੇ ਪੇੜ ਪੌਦੇ ਉਗਾ ਦੇਣਾ ਇਜ਼ ਕਾਲਡ afforestation. ਜਿਵੇਂ ਕਿ ਆਪਣੀ ਸੜਕਾਂ ਨੇ, ਸੜਕਾਂ ਦੇ ਆਸੇ ਪਾਸੇ ਪੇੜ ਲਗਾ ਦੇਣਾ, ਅਗਰ ਉੱਥੇ ਪਹਿਲਾਂ ਨਹੀਂ ਸੀਗੇ ਤਾਂ ਉਹਨੂੰ ਆਪਾਂ ਕਹਾਂਗੇ afforestation. ਦੈਨ reforestation. It is a restoring the forest cover. ਮੰਨ ਲਓ ਕਿ ਆਪਾਂ ਨੇ ਕਦੇ ਕੋਈ ਜੰਗਲ ਕਲੀਨ ਕੀਤਾ ਸੀ, ਉਸ ਜੰਗਲ ਦੇ ਉੱਪਰ ਦੁਬਾਰਾ ਤੀ, ਖਾਲੀ ਹੋਏ ਜੰਗਲ ਦੇ ਉੱਪਰ ਦੁਬਾਰਾ ਤੀ ਅਗਰ ਆਪਾਂ ਪੇੜ ਲਗਾ ਦਿੰਦੇ ਹਾਂ, ਡੈਟ ਇਜ਼ ਕਾਲਡ ਰੀ ਮੀਨਸ ਦੁਬਾਰਾ, ਅਗੇਨ। ਔਰ ਇਹਦੇ ਵਿੱਚ ਅਗਰ ਆਪਾਂ ਪੇੜ ਲਗਾਉਂਦੇ ਵੀ ਹਾਂ ਦੁਬਾਰਾ ਤਾਂ ਉਹ ਕਮਰਸ਼ੀਅਲ ਉਹਦੇ ਆਪਾਂ ਬੈਨੀਫਿਟਸ ਲੈ ਸਕਦੇ ਹਾਂ। ਸੋ ਪਹਿਲੀ ਪਿਕਚਰ ਜਿਹੜੀ ਤੁਹਾਨੂੰ ਪੇੜ ਲਗਾਉਂਦੇ ਦਿਖ ਰਹੀ ਹੈ, ਡੈਟ ਇਜ਼ afforestation, ਐਂਡ ਦ ਨੈਕਸਟ ਪਿਕਚਰ ਇਜ਼ ਦ reforestation. ਰਾਈਟ, ਦੇਖੋ ਤੁਸੀਂ ਪੈਚਿਸ ਦਿਖ ਰਹੇ ਨੇ, ਦੂਜੀ ਰਾਈਟ ਹੈਂਡ ਸਾਈਡ 'ਤੇ ਜਿਹੜੀ ਪਿਕਚਰ ਹੈ ਉਹਦੇ ਵਿੱਚ ਆਪਾਂ ਨੂੰ ਪੈਚਿਸ ਦਿਖ ਰਹੇ ਨੇ ਜਿੱਥੇ ਪਲਾਂਟਸ ਛੋਟੇ ਨੇ ਔਰ ਇੱਕ ਜਗ੍ਹਾ 'ਤੇ ਪਲਾਂਟਸ ਬੜੇ ਬੜੇ ਨੇ। ਤਾਂ ਜਿੱਥੇ ਨਵੇਂ ਪਲਾਂਟਸ ਲੱਗੇ ਹੋਏ ਨੇ ਡੈਟ ਇਜ਼ ਦ ਰੀਫੋਰੈਸਟੇਸ਼ਨ। ਇਸ ਤੋਂ ਇਲਾਵਾ ਆਪਣੇ ਕੋਲ ਹੋਰ ਕਿਆ ਤਰੀਕੇ ਨੇ, ਆਪਾਂ ਸੋਸ਼ਲ ਫੋਰੈਸਟਰੀ ਕਰ ਸਕਦੇ ਹਾਂ। ਰੇਜ਼ਿੰਗ ਕੁਇਕ ਗਰੋਇੰਗ ਮਲਟੀਪਰਪਸ ਪਲਾਂਟਸ, ਇਹੋ ਜਿਹੇ ਪਲਾਂਟਸ ਨੂੰ ਗਰੋ ਕਰਨਾ ਜਿਹੜੇ ਬਹੁਤ ਜਲਦੀ ਵੱਧ ਜਾਂਦੇ ਨੇ ਆਪਣੇ ਪਿੰਡਾਂ ਦੇ ਵਿੱਚ ਜਾਂ ਫਿਰ ਜਿੱਥੇ ਵੀ ਆਪਣੇ ਕੋਲ ਲੈਂਡ ਪਈ ਹੈ ਉੱਥੇ ਆਪਾਂ ਕਰ ਸਕਦੇ ਹਾਂ। ਇਹੋ ਜਿਹੀ ਫੋਰੈਸਟਰੀ ਨੂੰ ਆਪਾਂ ਸੋਸ਼ਲ ਫੋਰੈਸਟਰੀ ਕਹਿੰਦੇ ਹਾਂ। ਅਰਬਨ ਫੋਰੈਸਟਰੀ, ਸ਼ਹਿਰਾਂ ਦੇ ਵਿੱਚ ਆਪਾਂ ਫਰੂਟਸ ਦੇ, ਫਲਾਵਰਸ ਦੇ ਜਾਂ ਸ਼ੇਡ ਛਾਂ ਦੇਣ ਵਾਲੇ ਪਲਾਂਟਸ ਨੂੰ ਆਪਾਂ ਲਗਾ ਸਕਦੇ ਹਾਂ ਤਾਂ ਕਿ ਆਪਾਂ ਪੋਲਿਊਸ਼ਨ ਨੂੰ ਰਿਡਿਊਸ ਕਰ ਸਕੀਏ। ਦੈਨ ਐਗਰੋ ਫੋਰੈਸਟਰੀ, ਇਟ ਇਜ਼ ਦ ਪਲਾਂਟੇਸ਼ਨ ਆਫ ਮਲਟੀਪਰਪਸ ਟਰੀ, ਸ਼ਰਬ, ਹਾਰਟੀਕਲਚਰ, ਗ੍ਰਾਸਿਸ। ਜਿੱਥੇ ਆਪਣੀ ਐਗਰੀਕਲਚਰ ਲੈਂਡ ਹੈ ਉਹਦੇ ਨਾਲ ਨਾਲ ਆਪਾਂ ਪੇੜਾਂ ਨੂੰ ਲਗਾਉਣਾ। ਕਿਹੜੇ ਪਲਾਂਟ ਲਗਾਵਾਂਗੇ ਆਪਾਂ, ਵਿਚ ਆਰ ਮਲਟੀ ਪਰਪਸ, ਜਿਹੜੇ ਆਪਣੀ ਸੋਇਲ ਨੂੰ ਪਕੜ ਕੇ ਰੱਖਣਗੇ, ਆਪਣੇ ਫਰੂਟਸ ਦੀਆਂ ਨੀਡਸ ਨੂੰ ਪੂਰਾ ਕਰਦੇ ਨੇ ਔਰ ਆਪਾਂ ਨੂੰ ਲੱਕੜ ਵੀ ਪ੍ਰੋਵਾਈਡ ਕਰਦੇ ਨੇ। ਟਿੰਬਰ ਮੀਨਸ ਲੱਕੜ ਪ੍ਰੋਵਾਈਡ ਕਰਦੇ ਨੇ। ਨਾਓ ਪੀਪਲਸ ਪਾਰਟਿਸਿਪੇਸ਼ਨ ਇਨ ਸੇਵਿੰਗ ਐਂਡ ਕੰਜ਼ਰਵਿੰਗ ਟਰੀਜ਼ ਐਂਡ ਫੋਰੈਸਟ। ਵੈਸੇ ਤਾਂ ਵਰਲਡ ਵਾਈਡ ਜਾਂ ਇੰਡੀਆ ਲੈਵਲ 'ਤੇ ਬਹੁਤ ਸਾਰੇ ਇਹੋ ਜਿਹੇ ਐਫਰਟਸ ਨੇ ਜਿਹਦੇ ਵਿੱਚ ਲੋਕ ਅਤੇ ਸਰਕਾਰਾਂ, NGOs ਪਾਰਟਿਸਿਪੇਟ ਕਰਦੀਆਂ ਨੇ ਟੂ ਸੇਵ ਦ ਫੋਰੈਸਟ, ਬਟ ਸਮ ਆਫ ਦ ਫਿਊਜ਼ ਆਰ, ਫਸਟ ਇਜ਼ ਬਿਸ਼ਨੋਈਜ਼। ਇਹਦਾ ਜਿਹੜਾ ਕ੍ਰੈਡਿਟ ਹੈ ਇਟ ਗੋਜ਼ ਟੂ ਦ ਅੰਮ੍ਰਿਤਾ ਦੇਵੀ, ਜਿਹਨੇ ਆਪਣੀਆਂ 3 ਡਾਟਰਸ ਦੇ ਨਾਲ ਅਤੇ ਪਿੰਡ ਵਾਲੇ ਲੋਕਾਂ ਦੇ ਨਾਲ ਮਿਲ ਕੇ ਜੰਗਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਅਨਫੋਰਚੂਨੇਟਲੀ ਦੇ ਹੈਵ ਟੂ ਗਿਵ ਦੇਅਰ ਓਨ ਲਾਈਫ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇਣੀ ਪਈ ਪਿੰਡ ਵਾਲੇ ਨੂੰ, ਅੰਮ੍ਰਿਤਾ ਦੇਵੀ ਨੂੰ, ਪੇੜਾਂ ਨੂੰ ਬਚਾਉਣ ਵਾਸਤੇ। ਬਟ ਉਹ ਫਿਰ ਵੀ ਪਿੱਛੇ ਨਹੀਂ ਹਟੇ ਜਦ ਤੱਕ ਰਾਜੇ ਦੇ ਜੋ ਮੰਤਰੀ ਵਗੈਰਾ, ਵਜ਼ੀਰ ਵਗੈਰਾ ਆਏ ਸੀਗੇ ਉਹਨਾਂ ਨੂੰ ਮਾਰਨ ਵਾਸਤੇ, ਉਦੋਂ ਤੱਕ ਉਹ ਪਿੱਛੇ ਨਹੀਂ ਸੀ ਹਟੇ। ਉਹਨਾਂ ਨੂੰ ਡੈਥ ਮਨਜ਼ੂਰ ਸੀਗੀ ਬਟ ਦੇ ਡੋਂਟ ਵਾਂਟ ਟੂ ਬੀ ਕੱਟ ਦਾ ਫੋਰੈਸਟ। ਔਰ ਇਹਦੇ ਹੀ ਲਈ ਆਪਾਂ ਇਸ ਬਰੇਵਰੀ ਦੇ ਲਈ ਇੱਕ ਅੰਮ੍ਰਿਤਾ ਦੇਵੀ ਵਾਈਲਡ ਲਾਈਫ ਪ੍ਰੋਟੈਕਸ਼ਨ ਅਵਾਰਡ ਜੋ ਸਰਕਾਰ ਹਰ ਸਾਲ ਉਸ ਪਰਸਨ ਨੂੰ ਦਿੰਦੀ ਹੈ ਜਿਹੜਾ ਜੰਗਲ ਨੂੰ ਬਚਾਉਣ ਵਾਸਤੇ ਕੋਈ ਖਾਸ ਉਪਰਾਲੇ ਕਰਦਾ ਹੈ। So this is the picture. In the picture you can see ਹੌਰਸ ਦੇ ਉੱਪਰ ਲੋਕ ਆ ਰਹੇ ਨੇ ਰਾਜੇ ਦੇ, ਔਰ ਲੋਕਾਂ ਨੇ ਪੇੜਾਂ ਨੂੰ ਪਕੜ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਐਂਡ ਸਮ ਆਫ ਫਿਊ ਆਰ ਲਾਈ ਔਨ ਦਾ ਫਲੋਰ। ਇਹ ਡੈਡ ਹੋ ਚੁੱਕੇ ਨੇ, ਰਾਜੇ ਦੇ ਲੋਕਾਂ ਨੇ ਉਹਨਾਂ ਨੂੰ ਮਾਰ ਦਿੱਤਾ। ਚਿਪਕੋ ਮੂਵਮੈਂਟ, ਇਹ ਆਈ ਥਿੰਕ ਤੁਸੀਂ EVS ਦੇ ਵਿੱਚ ਵੀ ਪੜ੍ਹੀ ਹੋਏਗੀ, ਅੱਗੇ ਜਾ ਕੇ ਪੜ੍ਹੋਗੇ। The movement was initiated by Sundar Lal Bahuguna along with Chandi Prasad Bhatt,
दोनों ही वो कित्थों दे सीगे, गढ़वाल फ्रॉम तेहरी रीजन, उत्तराखंड में बिलोंग करती है वाला एरिया। ये दोनों उतों दे सीगे, सुंदरलाल बहुगुणा एंड चांदी प्रसाद भट्ट। इन्हों ने पेड़ां नूं बचाया सीगा बाय हगिंग दैम, मतलब पेड़ां नूं हग करके बचाने की कोशिश की सीगी। एक सिमिलर ही मूवमेंट साउथ दे विच शुरू हुई सीगी, जिन्हों नाम दिता अपिको मूवमेंट। दैन उस तो बाद साइलेंट वैली ऑफ कैरल was also saved through public agitation against setting up of hydroelectric project in the natural forest area। साइलेंट वैली प्रोजैक्ट जो शुरू किया सीगा भी उत्थे एक डैम कंस्ट्रक्ट करनी है, बट वो जो प्रोजैक्ट सीगा सिरे नहीं चढ़िया, क्योंकि उत्थे दे लोगों ने या सरकारां ने बहुत ज़्यादा अपोज किया कि इत्थे डैम नहीं बननी चाहिए, बिकॉज अगर डैम बनेगी तो इत्थे दी जो वैली है, साइलेंट वैली है, जिथे बहुत ज़्यादा बायोडाइवर्सिटी है, वो सारी की सारी ख़त्म हो सकती है, जिदे करके जो सरकार सी उस टाइम ते वो केस हार गई और उत्थे बिल्कुल भी कोई इस तरह का डैम या प्रोजैक्ट सैटअप नहीं किया गया। लास्ट बट नॉट द लीस्ट, जॉइंट फॉरेस्ट मैनेजमेंट। 1980s ਦੇ ਵਿੱਚ ਜਿਹੜੇ विलेजिस ने, पिंड ने या ट्राइबल कम्यूनिटीज़ ने, कबीले के लोग ने, दे आर बीइंग इनवॉल्वड इन द डिवेलपमेंट एंड प्रोटैक्शन ऑफ द डिग्रेडेड फॉरेस्ट। जो जंगल अपने को खराब हो चुके हैं उन्होंने बचाने के लिए ते उन्हों दे विकास के लिए इन्हों लोगों सरकारों ने अपने अंडर लिता, इन्हों की शेयरिंग वधाई कि तुसी फॉरेस्ट के विच फ्रूट्स, गम, रबर ते मैडिसिन वर्गे प्लांट्स नूं लगा सकते हो। और प्रेजेंटली अपने को इस मैनेजमेंट दे विच 1,12,896 कम्यूनिटीज़ या कमेटीज़ चलदियाँ पईयां ने, जिहदे विच 145 लाख फैमिलीज़ इनवॉल्व ने, पार्टिसिपेट करदियां ने और वो जंगलों में जाके पेड़ां नूं लगांदियां ने, चाहे वो कमर्शियल बैनीफिट लिए होवे चाहे कासे लिए भी है, बट पेड़ां नूं लगाना है और उस तो बैनीफिट्स लेने ने। सो दिस इज़ ऑल अबाउट द डिफॉरेस्टेशन। आई होप तुहानूं क्लीयर हो गया होएगा। थैंक यू।